ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 83 ਤੇ 84 ਤੇ ਸਵਾਇਮਾਨ ਬਾਣੀ ਦੀ ਸਾਂਝ ਪਾਉਂਦੇ ਹਾਂ ਜੀ। ਅੱਜ ਚੌਥੇ ਮਹੱਲੇ ਦੀ ਵਾਰ ਸ਼ੁਰੂ ਹੋ ਰਹੀ ਹੈ ਜੀ। ਵਾਰ ਜਿਸ ਤਰ੍ਹਾਂ ਬਾਣੀ ਦਾ ਸਿਰਲੇਖ ਆ, ਜਿਸ ਤਰ੍ਹਾਂ ਪਹਿਲਾਂ ਆਪਾਂ ਚੌਪਦੇ ਅਸ਼ਟਪਦੀਆਂ, ਇਸ ਤਰ੍ਹਾਂ ਹੁਣ ਇਹ ਵਾਰ ਆ ਚੌਥੇ ਮਹੱਲੇ ਦੀ। ਅਤੇ ਇਹਦੇ ਵਿੱਚ ਜਿਹੜੇ ਸ਼ਲੋਕ ਹੁੰਦੇ ਨੇ ਉਹ ਸਾਰੇ ਗੁਰੂ ਸਾਹਿਬਾਨ ਜੀ ਦੇ, ਗੁਰੂ ਅਰਜਨ ਦੇਵ ਜੀ ਨੇ ਇਸ ਤਰ੍ਹਾਂ ਅਲੱਗ-ਅਲੱਗ ਵਾਰਾਂ ਦੇ ਵਿੱਚ ਅਲੱਗ-ਅਲੱਗ ਗੁਰੂ ਸਾਹਿਬਾਨ ਦੇ ਸ਼ਲੋਕ ਜਿੱਥੇ ਜਿੱਥੇ ਢੁਕਵੇਂ ਨੇ ਉਸ ਤਰ੍ਹਾਂ ਉਹ ਨਾਲ ਮਤਲਬ ਸਾਰੇ ਅੰਕਿਤ ਕੀਤੇ ਨੇ। ਏਕ ਓਂਕਾਰ ਸਤਿਗੁਰ ਪ੍ਰਸਾਦ। ਸ੍ਰੀ ਰਾਗ ਕੀ ਵਾਰ ਮਹੱਲਾ ਚੌਥਾ ਸ਼ਲੋਕਾਂ ਨਾਲ। ਸ਼ਲੋਕ ਮਹੱਲਾ ਤੀਜਾ। ਰਾਗਾਂ ਵਿੱਚ ਸ੍ਰੀ ਰਾਗ ਹੈ, ਜੇ ਸੱਚ ਧਰੇ ਪਿਆਰ। ਸਦਾ ਹਰ ਸੱਚ ਮਨ ਵਸੈ, ਨਿਹਚਲ ਮਤ ਅਪਾਰ। ਰਤਨ ਅਮੋਲਕ ਪਾਇਆ, ਗੁਰ ਕਾ ਸ਼ਬਦ ਵਿਚਾਰ। ਜਿਹਵਾ ਸੱਚੀ ਮਨ ਸੱਚਾ, ਸੱਚਾ ਸਰੀਰ ਆਕਾਰ। ਨਾਨਕ ਸੱਚੈ ਸਤਿਗੁਰ ਸੇਵੀਐ, ਸਦਾ ਸੱਚ ਵਾਪਾਰ। ਹਾਂਜੀ ਸੰਗਤ ਜੀ, ਗੁਰੂ ਅਮਰਦਾਸ ਜੀ ਸ਼ਲੋਕ ਦੇ ਵਿੱਚ ਕਹਿੰਦੇ ਨੇ, ਸਾਨੂੰ ਦੱਸਦੇ ਨੇ ਕਿ ਰਾਗਾਂ ਵਿੱਚ ਸ੍ਰੀ ਰਾਗ ਹੈ, ਜੇ ਸੱਚ ਧਰੇ ਪਿਆਰ। ਕਹਿੰਦੇ ਵੀ ਜੇ ਕੋਈ ਰਾਗਾਂ ਦੇ ਵਿੱਚ ਕਹਿੰਦੇ ਸ੍ਰੇਸ਼ਟ ਰਾਗ ਹੈ ਸ੍ਰੀ ਰਾਗ, ਪਰ ਜੇ ਕੋਈ ਕਹਿੰਦੇ ਇਸ ਰਾਗ ਦੇ ਰਾਹੀਂ ਉਸ ਸੱਚੇ ਪਰਮਾਤਮਾ ਦੇ ਨਾਲ ਆਪਣਾ ਪਿਆਰ ਜੋੜ ਲਵੇ, ਇਸ ਬਾਣੀ ਦੇ ਜਿਹੜੀ ਰਚੀ ਹੋਈ ਹੈ ਸ੍ਰੀ ਰਾਗ ਦੇ ਵਿੱਚ, ਇਹਦੇ ਰਾਹੀਂ ਜੇ ਕੋਈ ਆਪਣਾ ਪ੍ਰੇਮ ਉਸ ਪਰਮਾਤਮਾ ਨਾਲ ਜੋੜ ਲਵੇ, ਫਿਰ ਕਹਿੰਦੇ ਇਹ ਰਾਗ ਸ੍ਰੇਸ਼ਟ ਰਾਗ ਆ। ਕਹਿੰਦੇ ਫਿਰ ਇਹਦੇ ਨਾਲ ਕੀ ਹੁੰਦਾ, ਜਦੋਂ ਕੋਈ ਆਪਣਾ ਮਨ ਉਸ ਪਰਮਾਤਮਾ ਨਾਲ ਜੋੜਦਾ, ਫਿਰ ਸਦਾ ਹਰ ਸੱਚ ਮਨ ਵਸੈ। ਕਹਿੰਦੇ ਫਿਰ ਉਹ ਸੱਚਾ ਉਸ ਜੀਵ ਦੇ ਮਨ ਵਿੱਚ ਵਸ ਜਾਂਦਾ। ਫਿਰ ਕਹਿੰਦੇ ਉਸ ਜੀਵ ਦੀ ਜਿਹੜੀ ਮੱਤ ਆ, ਉਸ ਪਰਮਾਤਮਾ ਦੇ ਜੁੜਨ ਦੇ ਨਾਲ ਉਹਦੀ ਮੱਤ ਨਿਹਚਲ ਹੋ ਜਾਂਦੀ ਆ, ਸਥਿਰ ਮੱਤ ਹੋ ਜਾਂਦੀ ਆ। ਉਹਦੀ ਜਿਹੜੀ ਬੁੱਧੀ ਆ ਉਹ ਸਮੱਤ ਬਣ ਜਾਂਦੀ ਆ, ਅਟੱਲ ਹੋ ਜਾਂਦੀ ਆ, ਚੰਚਲ ਨਹੀਂ ਰਹਿੰਦੀ ਹੈਗੀ। ਫਿਰ ਕਹਿੰਦੇ ਗੁਰੂ ਦੇ ਸ਼ਬਦ ਦੀ ਵਿਚਾਰ ਕਰਨ ਦੇ ਨਾਲ ਅਮੋਲਕ ਰਤਨ ਮਿਲ ਜਾਂਦਾ। ਅਮੋਲਕ ਰਤਨ ਪਰਮਾਤਮਾ ਦਾ ਨਾਮ। ਉਸ ਜੀਵ ਦੀ ਕਹਿੰਦੀ ਫਿਰ ਕੀ ਹੁੰਦੀ ਹੈ, ਜਿਹਵਾ ਵੀ ਸੱਚੀ ਹੁੰਦੀ ਹੈ। ਜੋ ਪਰਮਾਤਮਾ ਦਾ ਨਾਮ ਜਪਦਾ, ਉਹਦਾ ਮਨ ਵੀ ਸੱਚਾ ਹੁੰਦਾ ਅਤੇ ਜਿਹੜਾ ਉਹਦਾ ਸਰੀਰ ਆ ਉਹ ਵੀ ਸੱਚਾ ਬਣ ਜਾਂਦਾ, ਕਿ ਉਹਨੂੰ ਫਿਰ ਸੱਚਾ ਪ੍ਰਗਟ ਹੋ ਜਾਂਦਾ ਨਾਮ ਜਪਣ ਦੇ ਨਾਲ। ਨਾਨਕ ਸੱਚੈ ਸਤਿਗੁਰ ਸੇਵੀਐ, ਸਦਾ ਸੱਚ ਵਾਪਾਰ। ਨਾਨਕ ਜੀ ਕਹਿੰਦੇ ਕਿ ਜਦੋਂ ਅਸੀਂ ਸਤਿਗੁਰ ਦੀ ਸੇਵਾ ਕਰਦੇ ਹਾਂ, ਸਾਡਾ ਜਿਹੜਾ ਵਪਾਰ ਹੁੰਦਾ ਉਹ ਸਦਾ ਸੱਚ ਦਾ ਹੁੰਦਾ। ਸੱਚ ਦਾ ਵਪਾਰ ਕੀ ਹੁੰਦਾ, ਅਸੀਂ ਸਤਿਗੁਰ ਦੀ ਸ਼ਰਨ ਪੈ ਕੇ ਪਰਮਾਤਮਾ ਦੇ ਨਾਮ ਦੀ ਕੀਰਤੀ ਕਰਦੇ ਹਾਂ, ਇਹ ਸਾਡਾ ਵਪਾਰ ਬਣ ਜਾਂਦਾ ਸੱਚਾ। ਮਹੱਲਾ ਤੀਜਾ। ਹੋਰ ਬਿਰਹਾ ਸਭ ਤਾਤ ਹੈ, ਜਬ ਲਗ ਸਾਹਿਬ ਪ੍ਰੀਤ ਨਾ ਹੋਏ। ਇਹ ਮਨ ਮਾਇਆ ਮੋਹਿਆ, ਵੇਖਣ ਸੁਣਨ ਨਾ ਹੋਏ। ਗੁਰੂ ਅਮਰਦਾਸ ਜੀ ਕਹਿੰਦੇ ਨੇ ਵੀ ਜਦੋਂ ਤੱਕ ਉਸ ਪਰਮਾਤਮਾ ਦੇ ਨਾਲ ਜੀਵ ਦੀ ਪ੍ਰੀਤ ਨਹੀਂ ਲੱਗਦੀ, ਕਹਿੰਦੇ ਹੋਰ ਬਾਕੀ ਜੋ ਮਾਇਆ ਦੀ ਪ੍ਰੀਤ ਆ ਇਹ ਸਾਰੀ ਵਿਅਰਥ ਹੈਗੀ ਆ। ਕਹਿੰਦੇ ਜਦੋਂ ਇਹ ਮਨ ਕਹਿੰਦੇ ਜਦੋਂ ਮਾਇਆ ਦੇ ਨਾਲ ਮੋਹਿਆ ਜਾਂਦਾ, ਤਾਂ ਫਿਰ ਕਹਿੰਦੇ ਇਹ ਨਾ ਪਰਮਾਤਮਾ ਦੀਆਂ ਗੱਲਾਂ ਸੁਣਦਾ ਅਤੇ ਨਾ ਹੀ ਪਰਮਾਤਮਾ ਨੂੰ ਵੇਖਣ ਨੂੰ ਇਹਦਾ ਮਨ ਕਰਦਾ। ਸਹਿ ਦੇਖੇ ਬਿਨ ਪ੍ਰੀਤ ਨਾ ਉਪਜੈ, ਅੰਧਾ ਕਿਆ ਕਰੇ। ਨਾਨਕ ਜਿਨ ਅੱਖੀਂ ਲੀਤੀਆਂ, ਸੋਈ ਸੱਚਾ ਦੇ। ਫਿਰ ਕਹਿੰਦੇ ਜੀਵ ਦੇ ਵੀ ਕੋਈ ਬਸ ਨਹੀਂ। ਕਹਿੰਦੇ ਜਦੋਂ ਤੱਕ ਕਹਿੰਦੇ ਇਹ ਅੰਧਾ ਹੋਇਆ ਮਨ ਉਸ ਪਰਮਾਤਮਾ ਨੂੰ ਕਹਿੰਦੇ ਵੀ ਦੇਖ ਨਹੀਂ ਲੈਂਦਾ, ਤਾਂ ਉਦੋਂ ਤੱਕ ਫਿਰ ਇਹਦੀ ਪ੍ਰੀਤ ਪਰਮਾਤਮਾ ਨਾਲ ਪੈਂਦੀ ਨਹੀਂ ਹੈਗੀ।
ਫਿਰ ਕਹਿੰਦੇ हे ਨਾਨਕ ਵੀ ਉਹ ਪਰਮਾਤਮਾ ਜਿਹਨੇ ਇਹਨੂੰ ਕੁਰਾਹੇ ਪਾਇਆ ਤੇ ਇਹਨੂੰ ਮਾਇਆ ਵਿੱਚ ਅੰਨਾ ਕੀਤਾ, ਜਿਹਨੇ ਇਹਦੀਆਂ ਉਹ ਅੱਖਾਂ ਜਿਹਦੇ ਨਾਲ ਪਰਮਾਤਮਾ ਨੂੰ ਦੇਖਣਾ ਸੀ ਉਹਦੇ ਨੂੰ ਮਾਇਆ ਨਾਲ ਅੰਨੀਆਂ ਕਰ ਦਿੱਤਾ, ਜਿਹਨੇ ਪਰਮਾਤਮਾ ਨੇ ਉਹ ਅੱਖਾਂ ਲਈਆਂ ਨੇ ਇਹ ਤੋਂ ਜਿਹੜੀਆਂ ਹੁਣ ਮਾਇਆ ਦੇਖਦੀਆਂ ਨੇ, ਉਹੀ ਫਿਰ ਕਹਿੰਦੇ ਇਹਨੂੰ ਉਹ ਅੱਖਾਂ ਦੇ ਦਿੰਦਾ ਜਿਹਦੇ ਨਾਲ ਇਹ ਸੱਚ ਨੂੰ ਦੇਖੇ। ਵਾਹਿਗੁਰੂ ਵਾਹਿਗੁਰੂ। ਪੌੜੀ ਹਰ ਇੱਕੋ ਕਰਤਾ ਇੱਕ, ਇੱਕੋ ਦੀਵਾਨ ਹਰ, ਹਰ ਇੱਕ ਸੇ ਦਾ ਹੈ ਅਮਰ, ਇੱਕੋ ਹਰ ਚਿੱਤ ਧਰ। ਕਹਿੰਦੇ ਉਹ ਪਰਮਾਤਮਾ ਹੀ ਇੱਕੋ ਇੱਕ ਕਰਤਾ, ਵੀ ਜੋ ਕੁਛ ਹੋ ਰਿਹਾ ਉਹੀ ਕਰ ਰਿਹਾ, ਤੇ ਸਾਰਾ ਦਰਬਾਰ ਉਹਦਾ ਹੀ ਆ, ਪਰਮਾਤਮਾ ਦਾ ਹੀ ਇਹ, ਤੇ ਇੱਥੇ ਪਰਮਾਤਮਾ ਦਾ ਹੀ ਹੁਕਮ ਚੱਲ ਰਿਹਾ। ਫਿਰ ਕਹਿੰਦੇ ਵੀ ਕੀ ਕਰ, ਤੂੰ ਉਸ ਪਰਮਾਤਮਾ ਨੂੰ ਆਪਣੇ ਚਿੱਤ ਦੇ ਵਿੱਚ ਧਰ ਕੇ ਰੱਖ, ਉਸ ਪਰਮਾਤਮਾ ਦੀ ਸਿਫਤ ਸਲਾਹ ਕਰ ਆਪਣੇ ਮਨ 'ਚ। ਹਰ ਤਿਸ ਬਿਨ ਕੋਈ ਨਾਹੀਂ, ਡਰ ਭਰਮ ਭਉ ਦੂਰ ਕਰ, ਹਰ ਤਿਸੇ ਨੂੰ ਸਲਾਹੇ, ਜੇ ਤੁਧ ਰੱਖੈ ਬਾਹਰ ਕਰ, ਹਰ ਜਿਸਨੂੰ ਹੋਏ ਦਿਆਲ, ਸੋ ਹਰ ਜਪ ਭਉ ਬਿਖਮ ਤਰ। ਫਿਰ ਕਹਿੰਦੇ ਉਸ ਪਰਮਾਤਮਾ ਤੋਂ ਬਿਨਾਂ ਤੇਰਾ ਡਰ ਤੇ ਤੇਰਾ ਜਿਹੜਾ ਭਰਮ ਹੈਗਾ, ਸਹਿਮ ਆ, ਕੋਈ ਹੋਰ ਦੂਰ ਨਹੀਂ ਕਰ ਸਕਦਾ, ਉਹ ਪਰਮਾਤਮਾ ਹੀ ਕਰ ਸਕਦਾ। ਕਹਿੰਦੇ ਉਹ ਪਰਮਾਤਮਾ ਹੀ ਆ ਜਿਹੜਾ ਘਰ ਤੇ ਬਾਹਰ ਤੇਰਾ ਰਾਖਾ। ਫਿਰ ਤੂੰ ਕੀ ਕਰ, ਕਹਿੰਦੇ ਉਹ ਪਰਮਾਤਮਾ ਦੀ ਉਹ ਸਿਫਤ ਸਲਾਹ ਕਰ, ਉਹਦਾ ਹੀ ਨਾਮ ਜਪ। ਕਹਿੰਦੇ ਉਹ ਪਰਮਾਤਮਾ ਜਿਹਦੇ 'ਤੇ ਦਿਆਲ ਹੁੰਦਾ, ਤੇ ਉਹ ਕਹਿੰਦੇ ਉਹ ਪਰਮਾਤਮਾ ਨੂੰ ਜਪਦਾ, ਤੇ ਫਿਰ ਪਰਮਾਤਮਾ ਨੂੰ ਜਪ ਕੇ ਉਹਦਾ ਜਿਹੜਾ ਸਾਰਾ ਇਹ ਸੰਸਾਰ ਸਾਗਰ ਦਾ ਭਉ ਆ ਉਹ ਖਤਮ ਹੋ ਜਾਂਦਾ, ਤੇ ਉਹ ਸੰਸਾਰ ਸਾਗਰ ਨੂੰ ਤਰ ਲੈਂਦਾ। ਸ਼ਲੋਕ ਮਹੱਲਾ ਪਹਿਲਾ। ਦਾਤੀ ਸਾਹਿਬ ਸੰਧੀਆਂ, ਕਿਆ ਚੱਲੈ ਤਿਸ ਨਾਲ, ਇੱਕ ਜਗਨ ਦੇ ਨਾਲ ਹਨ, ਇੱਕ ਨਾ ਸੁੱਤਿਆਂ ਦੇ ਉਠਾਲ। ਹਾਂਜੀ, ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਵੀ ਜਿਹੜੀਆਂ ਇਹ ਦਾਤਾਂ ਨੇ ਜੋ ਸਾਹਿਬ ਦਿੰਦਾ, ਵੀ ਇਹ ਉਸ ਦੀਆਂ ਹੀ ਦਾਤਾਂ ਨੇ। ਕਹਿੰਦੇ ਵੀ ਉਹ ਦਾਤਾਰ ਦੇ ਨਾਲ ਕਹਿੰਦੇ ਕਿਸੇ ਦਾ ਜ਼ੋਰ ਨਹੀਂ ਚੱਲ ਸਕਦਾ। ਉਸ ਪਰਮਾਤਮਾ ਤੋਂ ਕਹਿੰਦੇ ਅਸੀਂ ਜ਼ੋਰ ਨਾਲ ਦਾਤਾਂ ਨਹੀਂ ਲੈ ਸਕਦੇ, ਤੇ ਉਹ ਕਹਿੰਦੇ ਵੀ ਜਿਹਦੇ ਉੱਪਰ ਕਹਿੰਦੇ ਉਹ ਤਰੁੱਠਦਾ ਹੈਗਾ, ਕਿ ਇੱਕ ਕਹਿੰਦੇ ਉਹ ਜਿਹੜੇ ਜਾਗਦੇ ਨੇ ਉਹਨਾਂ ਨੂੰ ਵੀ ਨਹੀਂ ਦਾਤ ਦਿੰਦਾ, ਇੱਕ ਉਹਨਾਂ ਨੂੰ ਜਿਹਨੂੰ ਦੇਣੀ ਚਾਹੇ ਤਾਂ ਉਹਨਾਂ ਨੂੰ ਸੁੱਤਿਆਂ ਨੂੰ ਉਠਾ ਕੇ ਦਿੰਦਾ। ਕਹਿੰਦੇ ਇਹ ਸਾਹਿਬ ਦੀਆਂ ਦਾਤਾਂ ਨੇ, ਵੀ ਇਹਦੇ ਉਹ ਸਾਹਿਬ ਦੇ ਨਾਲ ਜ਼ੋਰ ਨਹੀਂ ਚੱਲ ਸਕਦਾ, ਵੀ ਜਿੱਥੇ ਉਹਦਾ ਦਿਲ ਕਰਦਾ ਦਾਤਾਂ ਦਿੰਦਾ, ਜਾਗਦਿਆਂ ਨੂੰ ਛੱਡ ਕੇ ਸੁੱਤਿਆਂ ਨੂੰ ਉਠਾ ਕੇ ਦਿੰਦਾ। ਦਾਤੀ ਸਾਹਿਬ ਸੰਧੀਆਂ, ਕਿਆ ਚੱਲੈ ਤਿਸ ਨਾਲ, ਇੱਕ ਜਗਨ ਦੇ ਨਾਲ ਹਨ, ਇੱਕ ਨਾ ਸੁੱਤਿਆਂ ਦੇ ਉਠਾਲ। ਵਾਹਿਗੁਰੂ 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 ਸੱਚੇ ਪਾਤਸ਼ਾਹ ਜੀ। ਮਹੱਲਾ ਪਹਿਲਾ। ਸਿਦਕ ਸਬੂਰੀ ਸਾਧਕਾ, ਸਬਰ ਤੋਸਾ ਮਲਾਇਕਾ, ਦੀਦਾਰ ਪੂਰੇ ਪਾਇਸਾ, ਥਾਓ ਨਾਹੀਂ ਖਾਇਕਾ। ਹਾਂਜੀ, ਗੁਰੂ ਨਾਨਕ ਪਾਤਸ਼ਾਹ ਕਹਿੰਦੇ ਵੀ ਜਿਹੜੇ ਪਰਮਾਤਮਾ ਦਾ ਨਾਂ ਕਹਿੰਦੇ ਲੈਂਦੇ ਨੇ, ਉਹਨਾਂ ਕੋਲ ਕਹਿੰਦੇ ਸਿਦਕ ਹੁੰਦਾ, ਕਹਿੰਦੇ ਉਹਨਾਂ ਨੂੰ ਪਰਮਾਤਮਾ 'ਤੇ ਭਰੋਸਾ ਹੁੰਦਾ। ਕਹਿੰਦੇ ਫਿਰ ਜਿਨ੍ਹਾਂ ਦਾ ਸੁਭਾਅ ਦੇਵਤਿਆਂ ਵਰਗਾ ਹੁੰਦਾ, ਕਹਿੰਦੇ ਉਹਨਾਂ ਕੋਲ ਸਬਰ ਰੂਪੀ ਖਜ਼ਾਨਾ ਹੁੰਦਾ। ਕਹਿੰਦੇ ਫਿਰ ਜਿਹੜੇ ਇਸ ਤਰ੍ਹਾਂ ਦੀ ਕਹਿੰਦੇ ਜੀਵ ਨੇ ਜਿਨ੍ਹਾਂ ਕੋਲ ਸਬਰ ਆ, ਸੰਤੋਖ ਆ, ਪਰਮਾਤਮਾ 'ਤੇ ਭਰੋਸਾ, ਕਹਿੰਦੇ ਉਹ ਫਿਰ ਉਸ ਪੂਰੇ ਦਾ ਦੀਦਾਰ ਕਰ ਲੈਂਦੇ ਨੇ। ਪਰ ਹੋਰ ਦੂਸਰੇ ਜੀਵ ਜਿਹੜੇ ਮਨਮੁਖ ਨੇ, ਕਹਿੰਦੇ ਉਹਨਾਂ ਨੂੰ ਕੋਈ ਥਾਂ ਨਹੀਂ ਮਿਲਦੀ ਪਰਮਾਤਮਾ ਦੇ ਘਰ। ਪੌੜੀ। ਸਭ ਆਪੇ ਤੁਧ ਉਪਾਇ ਕੈ, ਆਪ ਕਾਰੈ ਲਾਈ, ਤੂੰ ਆਪੇ ਵੇਖ ਵਿਖਸਦਾ, ਆਪਣੀ ਵਡਿਆਈ। ਕਹਿੰਦੇ ਹੇ ਪਰਮਾਤਮਾ, ਇਹ ਸ੍ਰਿਸ਼ਟੀ ਕਹਿੰਦੇ ਤੂੰ ਆਪ ਹੀ ਕਹਿੰਦੇ
ਉਪਾਈ ਆ, ਕਹਿੰਦੇ ਪੈਦਾ ਕੀਤੀ ਆ, ਤੇ ਸਾਰੇ ਜੀਵਾਂ ਨੂੰ ਫਿਰ ਆਪ ਹੀ ਤੂੰ ਧੰਦੇ ਲਾਇਆ ਹੋਇਆ। ਆਪ ਹੀ ਕਹਿੰਦੇ ਫਿਰ ਤੁਸੀਂ ਆਪਣੀ ਸ੍ਰਿਸ਼ਟੀ ਨੂੰ ਕਹਿੰਦੇ ਪੈਦਾ ਕਰਕੇ ਆਪ ਹੀ ਤੂੰ ਇਹਨੂੰ ਦੇਖ ਕੇ ਖਿੜਦਾ ਤੇ ਆਪਣੀ ਵਡਿਆਈ ਨੂੰ ਵੀ ਆਪ ਹੀ ਜਾਣਦਾ, ਆਪਦੀ ਬਜ਼ੁਰਗੀ ਨੂੰ। ਹਰ ਤੁਦੋਂ ਬਾਹਰ ਕਿਛ ਨਹੀਂ, ਤੂੰ ਸੱਚਾ ਸਾਈਂ। ਕਹਿੰਦੇ ਹੇ ਸੱਚੇ ਸਾਈਂ, ਤੇ ਤੋਂ ਬਾਹਰ ਕੋਈ ਚੱਲ ਨਹੀਂ ਸਕਦਾ। ਜੋ ਕੁਛ ਹੋ ਰਿਹਾ ਤੇਰੇ ਹੁਕਮ ਵਿੱਚ ਹੀ ਹੋ ਰਿਹਾ। ਤੂੰ ਆਪੇ ਆਪ ਵਰਤਦਾ ਸਭਨੀ ਹੀ ਥਾਈਂ। ਕਹਿੰਦੇ ਹੇ ਪਰਮਾਤਮਾ, ਤੂੰ ਆਪ ਹੀ ਹਰ ਜਗ੍ਹਾ 'ਤੇ ਵਿਆਪਕ ਆ, ਹਰ ਇੱਕ ਜਗ੍ਹਾ 'ਤੇ ਹਰ ਇੱਕ ਜੀਵ ਵਿੱਚ ਹੋ ਕੇ ਆਪੇ ਹੀ ਵਰਤ ਰਿਹਾ। ਹਰ ਤਿਸੈ ਤੇ ਆਵੋ ਸੰਤ ਜਨੋ, ਜੋ ਲੈ ਛਡਾਈ। ਕਹਿੰਦੇ ਹੇ ਸੰਤ ਜਨੋ, ਉਸ ਪਰਮਾਤਮਾ ਨੂੰ ਧਿਆਵੋ ਜੋ ਤੁਹਾਨੂੰ ਅੰਤ ਵਿੱਚ ਛਡਾ ਲੈਂਦਾ ਹੈ। ਆਪ ਸਹਾਈ ਹੁੰਦਾ ਹਰ ਜਗ੍ਹਾ 'ਤੇ ਨਾਲ। ਸ਼ਲੋਕ ਮਹੱਲਾ ਪਹਿਲਾ। ਫੱਕੜ ਜਾਤੀ ਫੱਕੜ ਨਾਉ, ਸਭਨਾ ਜੀਆਂ ਇੱਕਾ ਛਾਉ। ਕਹਿੰਦੇ ਵੀ ਜਿਹੜੀ ਜਾਤ ਦਾ ਹੰਕਾਰ ਕਰਨਾ, ਆਪਣੇ ਨਾਂ ਦਾ ਹੰਕਾਰ ਕਰਨਾ, ਉਹ ਵਿਅਰਥ ਆ। ਹਰ ਇੱਕ ਜਗ੍ਹਾ 'ਤੇ ਪਰਮਾਤਮਾ ਵਿਆਪਕ ਆ, ਹਰ ਇੱਕ ਜਗ੍ਹਾ 'ਤੇ ਪਰਮਾਤਮਾ ਹੀ ਵਰਤਦਾ। ਸਾਰਿਆਂ 'ਤੇ ਉਸ ਸੱਚੇ ਦੀ ਛਾਂ। ਕਹਿੰਦੇ ਕੋਈ ਜਾਤ ਦਾ ਅਭਿਮਾਨ ਨਾ ਕਰੋ, ਕੋਈ ਨਾਂ ਦਾ ਅਭਿਮਾਨ ਨਾ ਕਰੋ ਵੀ ਮੈਂ ਵੱਡਾ। ਆਪੋ ਜੇ ਕੋ ਭਲਾ ਕਹਾਏ, ਨਾਨਕ ਤਾ ਪਰ ਜਾਪੈ, ਜਾ ਪਤ ਲੇਖੈ ਪਾਏ। ਕਹਿੰਦੇ ਜੇ ਕੋਈ ਆਪਣੇ ਆਪ ਨੂੰ ਕਹੇ ਵੀ ਮੈਂ ਹੀ ਚੰਗਾ, ਮੈਂ ਹੀ ਵੱਡਾ, ਮੈਂ ਹੀ ਠੀਕ ਹਾਂ, ਭਲਾ ਹੈਗਾ ਸਾਰਿਆਂ ਨਾਲੋਂ, ਕਹਿੰਦੇ ਉਹ ਤਾਂ ਪਤਾ ਲੱਗਦਾ ਜਦੋਂ ਪਰਮਾਤਮਾ ਦੀ ਦਰਗਾਹ ਦੇ ਵਿੱਚ ਪੱਤ ਲੇਖੇ ਪੈਂਦੀ ਆ ਵੀ ਕੌਣ ਭਲਾ ਕੌਣ ਬੁਰਾ। ਮਹੱਲਾ ਦੂਜਾ। ਜਿਸ ਪਿਆਰੇ ਸਿਉ ਨੇਹੋ, ਤਿਸ ਆਗੇ ਮਰ ਚੱਲੀਐ। ਤ੍ਰਿਗ ਜੀਵਨ ਸੰਸਾਰ, ਤਾਕੈ ਪਾਛੈ ਜੀਵਣਾ। ਕਹਿੰਦੇ ਜਿਸ ਪਿਆਰੇ ਨਾਲ, ਕਹਿੰਦੇ ਜਿਸ ਗੁਰੂ ਅੰਗਦ ਦੇਵ ਜੀ ਕਹਿੰਦੇ ਵੀ ਜਿਸ ਪਿਆਰੇ ਨਾਲ ਤੇਰਾ ਨੇਹ ਆ, ਵੀ ਉਸ ਪਰਮਾਤਮਾ ਨਾਲ, ਆਪਣੇ ਸਤਿਗੁਰ ਦੇ ਨਾਲ, ਕਹਿੰਦੇ ਉਹਦੇ ਅੱਗੇ ਫਿਰ ਆਪਾ ਭਾਵ ਤਿਆਗ ਦੇਈਦਾ। ਉਹਦੇ ਅੱਗੇ ਆਪਾ ਭਾਵ ਤਿਆਗ ਕੇ ਢਹਿ ਪਈਦਾ ਉਹਦੇ ਅੱਗੇ। ਕਹਿੰਦੇ ਜਿਹਦੇ ਨਾਲ ਸਾਡਾ ਪਿਆਰ ਆ, ਕਹਿੰਦੇ ਉਹਦੇ ਕੋਲੋਂ ਮੁੱਖ ਮੋੜ ਕੇ ਜੀਵਣਾ ਤਾਂ ਇਸ ਸੰਸਾਰ ਵਿੱਚ ਤ੍ਰਿਗ ਆ। ਜਿਸ ਸਤਿਗੁਰ ਨਾਲ ਪਿਆਰ ਆ, ਪਰਮਾਤਮਾ ਨਾਲ, ਉਹਦੇ ਅੱਗੇ ਆਪਾ ਭਾਵ ਤਿਆਗ ਕੇ ਢਹਿ ਪੈ ਸ਼ਰਨ ਦੇ ਵਿੱਚ। ਉਸ ਦੇ ਵੱਲੋਂ ਕਹਿੰਦੇ ਮੁੱਖ ਮੋੜ ਕੇ ਜੀਣਾ ਤ੍ਰਿਗ ਜੀਵਣਾ ਸੰਸਾਰ 'ਚ। ਪੌੜੀ। ਤੁਧ ਆਪੇ ਧਰਤੀ ਸਾਜੀਐ, ਚੰਦ ਸੂਰਜ ਦੋਏ ਦੀਵੇ। 10 4 ਹਟ ਤੁਧ ਸਾਜਿਆ, ਵਾਪਾਰ ਕਰੀਵੇ। ਕਹਿੰਦੇ ਹੇ ਪਰਮਾਤਮਾ, ਤੂੰ ਆਪੇ ਹੀ ਇਹ ਧਰਤੀ ਸਾਜੀ ਆ, ਇਹਦੇ ਵਿੱਚ ਚੰਦਰਮਾ ਤੇ ਸੂਰਜ ਜਿਵੇਂ 2 ਦੀਪਕ ਕੀਤੇ ਨੇ। ਫਿਰ ਕਹਿੰਦੇ ਵੀ ਇਹ ਜਿਹੜੇ ਤੂੰ 14 ਲੋਕ ਬਣਾਏ ਨੇ, ਇਹ ਜਿੱਦਾਂ ਜੀਵਾਂ ਦੇ ਲਈ ਤੇਰੇ ਨਾਂ ਦਾ ਵਪਾਰ ਕਰਨ ਦੇ ਲਈ ਹੱਟੀਆਂ ਬਣਾਈਆਂ ਨੇ 14 ਲੋਕ। ਇਕਨਾ ਨੂੰ ਹਰ ਲਾਭ ਦੇ, ਜੋ ਗੁਰਮੁਖ ਥੀਵੇ। 3 ਜਮ ਕਾਲ ਨ ਵਿਆਪਈ, ਜਿਨ ਸੱਚ ਅੰਮ੍ਰਿਤ ਪੀਵੇ। ਓਏ ਆਪ ਛੁੱਟੇ ਪਰਵਾਰ ਸਿਉ, ਤਿਨ ਪਿੱਛੇ ਸਭ ਜਗਤ ਛੁਟੀਵੇ। ਕਹਿੰਦੇ ਇੱਕ ਉਹ ਨੇ ਜਿਨ੍ਹਾਂ ਨੂੰ ਪਰਮਾਤਮਾ ਲਾਭ ਦਿੰਦਾ। ਲਾਭ ਕਿਹਨਾਂ ਨੂੰ ਮਿਲਦਾ? ਜੋ ਗੁਰੂ ਦੇ ਸਨਮੁਖ ਰਹਿੰਦੇ ਨੇ, ਉਹਨਾਂ ਨੂੰ ਫਿਰ ਪਰਮਾਤਮਾ ਦੇ ਨਾਮ ਦਾ ਨਫਾ ਮਿਲਦਾ। ਉਹਨਾਂ ਨੂੰ ਫਿਰ ਕਹਿੰਦੇ ਜਮ ਦਾ ਕੋਈ ਡਰ ਨਹੀਂ, ਉਹਨਾਂ ਨੂੰ ਸੰਤਾਪ ਦਾ ਹੈਗਾ। ਫਿਰ ਉਹ ਸੱਚੇ ਦੇ ਨਾਂ ਦਾ ਅੰਮ੍ਰਿਤ ਪੀਂਦੇ ਨੇ, ਉਹ ਆਪ ਛੁੱਟ ਜਾਂਦੇ ਨੇ, ਉਹਨਾਂ ਦਾ ਪਰਿਵਾਰ ਇੱਥੋਂ ਮੁਕਤ ਹੋ ਜਾਂਦਾ, ਤੇ ਜੋ ਉਹਨਾਂ ਦੇ ਪਿੱਛੇ ਲੱਗਦੇ ਨੇ ਸਾਰੇ ਸੰਸਾਰ ਦੇ ਜੀਵ, ਉਹ ਵੀ ਇੱਥੋਂ ਮੁਕਤੀ ਪਾ ਲੈਂਦੇ ਨੇ। ਸ਼ਲੋਕ ਮਹੱਲਾ ਪਹਿਲਾ। ਕੁਦਰਤ ਕਰਕੇ ਵਸਿਆ ਸੋਏ, ਵਖਤ ਵਿਚਾਰੇ ਸੋ ਬੰਦਾ ਹੋਏ।
ਜੀ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਪਰਮਾਤਮਾ ਆਪਣੀ ਇਹ ਕੁਦਰਤ ਨੂੰ ਬਣਾ ਕੇ ਇਹਦੇ ਵਿੱਚ ਵਸਿਆ ਹੋਇਆ, ਕਿਤੇ ਗਿਆ ਨਹੀਂ, ਇਹਨੂੰ ਬਣਾ ਕੇ ਇਹਦੇ ਵਿੱਚ ਹੀ ਵਸ ਗਿਆ। ਕਹਿੰਦੇ ਉਹ ਬੰਦਾ ਕਹਿੰਦੇ ਵੀ ਜੋ ਵਕਤ ਨੂੰ ਵਿਚਾਰਦਾ, ਵਕਤ ਨੂੰ ਕਿਵੇਂ ਵਿਚਾਰਦਾ, ਵੀ ਜੋ ਵਿਚਾਰ ਰਿਹਾ ਕਿ ਮੇਰਾ ਇਹ ਮਨੁੱਖਾ ਜੀਵਨ ਆ ਇਹ ਕਿਸ ਚੀਜ਼ ਲਈ ਬਣਿਆ, ਇਸ ਦੀ ਵਿਚਾਰ ਕਰਦਾ। ਮੈਨੂੰ ਇਹ ਮਨੁੱਖਾ ਜੀਵਨ ਮਿਲਿਆ ਪਰਮਾਤਮਾ ਦੇ ਨਾਮ ਦਾ ਵਪਾਰ ਕਰਨ ਲਈ ਵਣਜਾ ਰਿਹਾ ਮਿੱਤਰਾ। ਪਹਿਲਾਂ ਬਾਣੀ ਆਪਾਂ ਵਿਚਾਰ ਕੇ ਆਏ ਆ ਨਾ ਕੀਤਾ, ਗੁਰੂ ਸਾਹਿਬ ਕਹਿੰਦੇ ਨੇ ਵਣਜਾ ਰਿਹਾ ਮਿੱਤਰਾ। ਫਿਰ ਕਹਿੰਦੇ ਉਹ ਬੰਦਾ ਜਿਹੜੇ ਵਕਤ ਨੂੰ ਵਿਚਾਰਦਾ ਵੀ ਇਹ ਜਿਹੜੀ ਮਨੁੱਖਾ ਦੇਹੀ ਮਿਲੀ ਆ, ਮਨੁੱਖਾ ਜਨਮ ਮਿਲਿਆ, ਇਹ ਜਨਮ ਨੂੰ ਸਕਾਰਥਾ ਕਰਨ ਦੇ ਲਈ ਮਿਲਿਆ ਕਿ ਅਸੀਂ ਆਪਣੀ ਮੁਕਤੀ ਪਾ ਲਈਏ, ਜਿਹੜੇ ਅਸੀਂ ਪਤਾ ਨਹੀਂ ਕਿੰਨੀਆਂ ਕਿੰਨੀਆਂ ਜੂਨਾਂ 'ਚੋਂ ਭਟਕਦੇ ਆਏ ਆ। ਹੁਣ ਇਹ ਮਿਲਿਆ ਸਾਨੂੰ ਸੁਨਹਿਰੀ ਮੌਕਾ ਤੇ ਉਹਦਾ ਨਾਮ ਜਪ ਲਈਏ ਤੇ ਅਸੀਂ ਆਪਣੇ ਜੀਵਨ ਨੂੰ ਸਕਾਰਥਾ ਕਰਕੇ ਜਾਈਏ ਇੱਥੋਂ। ਉਹ ਬੰਦਾ ਕਹਿੰਦੇ ਜੋ ਇਸ ਵਕਤ ਨੂੰ ਵਿਚਾਰਦਾ ਇਹ ਮਨੁੱਖਾ ਜੀਵਨ ਕਿਸ ਚੀਜ਼ ਲਈ ਮਿਲਿਆ। ਕੁਦਰਤ ਹੈ ਕੀਮਤ ਨਹੀਂ ਪਾਏ, ਜਾਂ ਕੀਮਤ ਪਾਏ ਤਾਂ ਕਹੀ ਨਾ ਜਾਏ। ਕਹਿੰਦੇ ਜਿਹੜੀ ਉਹਦੀ ਇਹ ਕੁਦਰਤ ਆ ਇਹਦੀ ਕੋਈ ਕੀਮਤ ਨਹੀਂ ਪਾ ਸਕਦਾ। ਜੇ ਕਹਿੰਦੇ ਕੋਈ ਇਹਦੀ ਕੀਮਤ ਪਾ ਵੀ ਲੈਂਦਾ, ਜਿਹਨੂੰ ਉਹਦਾ ਅਨੁਭਵ ਹੋ ਵੀ ਜਾਂਦਾ, ਉਹ ਕਹਿ ਨਹੀਂ ਸਕਦਾ, ਉਹਦੀ ਕੀਮਤ ਕਹੀ ਨਹੀਂ ਜਾ ਸਕਦੀ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਸਰੈ ਸਰੀਅਤ ਕਰੈ ਵਿਚਾਰ, ਬਿਨ ਬੂਝੈ ਕੈਸੇ ਪਾਵੇ ਪਾਰ। ਕਹਿੰਦੇ ਜਿਸ ਤਰ੍ਹਾਂ ਕੋਈ ਆਪਣੇ ਮਤਲਬ ਹਰ ਇੱਕ ਜਗ੍ਹਾ 'ਤੇ ਬਾਣੀ 'ਚ ਕਿਤੇ ਹਿੰਦੂ ਧਰਮ ਦੀ, ਕਿਤੇ ਮੁਸਲਮਾਨ ਧਰਮ ਦੀ, ਕਦੇ ਕਿਸੇ ਧਰਮ ਦੀ, ਅਲੱਗ-ਅਲੱਗ ਧਰਮਾਂ ਦੀ ਕਈ ਦਫਾ ਆਪਾਂ ਨੂੰ ਸਮਝਾਉਣ ਦੇ ਲਈ ਮਤਲਬ ਉਦਾਹਰਨ ਦਿੰਦੇ ਨੇ। ਇੱਥੇ ਕਹਿੰਦੇ ਨੇ ਵੀ ਜਿਵੇਂ ਸ਼ਰਅ ਸ਼ਰੀਅਤ ਦੇ ਕੋਈ ਕਾਨੂੰਨ ਨੇ, ਕੋਈ ਹੋਰ ਧਾਰਮਿਕ ਰਸਮਾਂ ਨੇ, ਕਹਿੰਦੇ ਵੀ ਉਹਦੀ ਤਾਂ ਕੋਈ ਵਿਚਾਰ ਕਰਦਾ ਰਹਿੰਦਾ ਜੀਵ, ਪਰ ਕਹਿੰਦੇ ਪਾਰ ਨਹੀਂ ਪੈ ਸਕਦਾ ਜਦੋਂ ਤੱਕ ਉਸ ਸੱਚੇ ਦੀ ਵਿਚਾਰ ਨਹੀਂ ਹੁੰਦੀ, ਜਦੋਂ ਤੱਕ ਕਹਿੰਦੇ ਉਸ ਸੱਚੇ ਨੂੰ ਬੁੱਝ ਨਹੀਂ ਲੈਂਦਾ, ਉਸ ਸੱਚੇ ਦੇ ਨਾਲ ਸਾਂਝ ਨਹੀਂ ਪਾ ਲੈਂਦਾ। ਕਹਿੰਦੇ ਬਾਕੀ ਜਿਹੜੇ ਧਾਰਮਿਕ ਕਰਮ ਨੇ ਉਹਨਾਂ ਦੇ ਨਾਲ ਪਾਰ ਉਤਾਰਾ ਨਹੀਂ ਹੋਣਾ ਹੈਗਾ। ਸਿਦਕ ਕਰ ਸਿਜਦਾ ਮਨ ਕਰ ਮਕਸੂਦ, ਜਿਹ ਤਿਰ ਦੇਖਾਂ ਤਿਹ ਤਿਰ ਮੌਜੂਦ। ਫਿਰ ਕਹਿੰਦੇ ਹੇ ਜੀਵ ਜਿਹੜਾ ਤੇਰਾ ਸਿਜਦਾ ਉਹ ਕੀ ਹੋਣਾ ਚਾਹੀਦਾ, ਸਿਦਕ, ਪਰਮਾਤਮਾ ਦੇ ਉੱਪਰ ਜਿਹੜਾ ਭਰੋਸਾ ਉਹ ਤੇਰਾ ਸਿਜਦਾ ਬਣ ਜਾਏ। ਕਹਿੰਦੇ ਜਿਹੜਾ ਤੇਰਾ ਮਨ ਆ ਉਹ ਪਰਮਾਤਮਾ ਦੇ ਵਿੱਚ ਜੁੜ ਜਾਏ, ਇਹ ਤੇਰਾ ਮਕਸੂਦ ਬਣ ਜਾਏ। ਕਹਿੰਦੇ ਫਿਰ ਕਹਿੰਦੇ ਮੈਂ ਜਿੱਥੇ ਵੀ ਦੇਖਦਾ ਹਰ ਇੱਕ ਧਿਰ ਦੇ ਵਿੱਚ ਉਹ ਮੈਨੂੰ ਪਰਮਾਤਮਾ ਹੀ ਮੌਜੂਦ ਦਿਸਦਾ, ਉਹ ਤੋਂ ਬਿਨਾਂ ਕੋਈ ਹੋਰ ਦਿਸਦਾ ਹੀ ਨਹੀਂਗਾ। ਮਹੱਲਾ ਤੀਜਾ। ਗੁਰ ਸਭਾ ਏਵ ਨਾ ਪਾਈਐ, ਨਾ ਨੇੜੇ ਨਾ ਦੂਰ। ਨਾਨਕ ਸਤਿਗੁਰ ਤਾਂ ਮਿਲੈ, ਜਾ ਮਨ ਰਹੇ ਹਦੂਰ। ਕਹਿੰਦੇ ਸਤਿਗੁਰ ਦੀ ਸੰਗਤ ਕਿਵੇਂ ਆਖੀਏ, ਵੀ ਸਤਿਗੁਰ ਦੀ ਸੰਗਤ ਕਿਵੇਂ ਮਿਲਦੀ ਆ, ਵੀ ਉਹਦੇ ਨੇੜੇ ਬੈਠੇ ਆ, ਉਹਦੇ ਦੂਰ ਬੈਠੇ ਆ, ਕਿਵੇਂ ਕਿਹਨੂੰ ਕਹੀਏ ਕਿ ਸਤਿਗੁਰ ਦੀ ਸੰਗਤ ਆ। ਕਹਿੰਦੇ ਸਤਿਗੁਰ ਦੀ ਸੰਗਤ ਤਾਂ ਇਹ ਆ ਵੀ ਜਦੋਂ ਸਤਿਗੁਰ ਹਮੇਸ਼ਾ ਹੀ ਤੇਰੇ ਮਨ ਦੇ ਵਿੱਚ ਹਜ਼ੂਰ ਰਹੇ, ਤੈਨੂੰ ਉਹਦੀ ਹਾਜ਼ਰੀ ਤੇਰੇ ਮਨ ਦੇ ਵਿੱਚ ਹਮੇਸ਼ਾ ਹੀ ਭਰੀ ਹੋਵੇ, ਤੇਰਾ ਮਨ ਹਮੇਸ਼ਾ ਹੀ ਸਤਿਗੁਰ ਦੇ ਚਰਨਾਂ ਨਾਲ ਜੁੜਿਆ ਰਹੇ, ਇਹ ਤੇਰਾ ਕਹਿੰਦੇ ਸਤਿਗੁਰ ਦੇ ਨੇੜੇ ਹੋਣਾ ਹੈਗਾ, ਸਤਿਗੁਰ ਦੀ ਹਜ਼ੂਰੀ 'ਚ ਹੋਣਾ ਹੈਗਾ। ਪੌੜੀ। ਸਪਤ ਦੀਪ ਸਪਤ ਸਾਗਰਾ, ਨਵਖੰਡ 4 ਵੇਦ, 10 ਅਸ਼ਟ ਪੁਰਾਣਾ। ਹਰ ਸਭਨਾ ਵਿੱਚ ਤੂੰ ਵਰਤਦਾ, ਹਰ ਸਭਨਾ ਪਾਣਾ। ਕਹਿੰਦੇ 7 ਦੀਪ 7 ਸਾਗਰ, 9 ਖੰਡ, 4 ਵੇਦ, 18 ਪੁਰਾਣ, ਹਰ ਜਗ੍ਹਾ ਤੇ ਪਰਮਾਤਮਾ ਕਹਿੰਦੇ ਤੂੰ ਹੀ ਵਰਤਦਾ ਪਰਮਾਤਮਾ। ਕਹਿੰਦੇ ਹਰ ਸਭਨਾ ਭਾਣਾ, ਤੂੰ ਸਾਰਿਆਂ ਨੂੰ ਪਿਆਰਾ ਲੱਗਦਾ, ਸਾਰੇ ਹੀ ਤੈਨੂੰ ਪਿਆਰ ਕਰਦੇ ਨੇ। ਸਭ ਤੁਝੈ ਧਿਆਵੈ ਜੀ ਜੰਤ, ਹਰ ਸਾਰੰਗ ਪਾਣ। ਹੇ ਸਾਰੰਗ ਪਾਣ, ਸਾਰੇ ਜੀ ਤੈਨੂੰ ਹੀ ਧਿਆਉਂਦੇ ਨੇ, ਹਰ ਵਕਤ ਤੈਨੂੰ ਧਿਆਉਂਦੇ ਨੇ। ਜੋ ਗੁਰਮੁਖ ਹਰ ਆਰਾਧ ਦੇ, ਤਿਨ ਹੋ ਕੁਰਬਾਣਾ। ਤੂੰ ਆਪੇ ਆਪ ਵਰਤਦਾ, ਕਰ ਚੋਜ ਵਿਡਾਣਾ। ਕਹਿੰਦੇ ਹੇ ਪਰਮਾਤਮਾ ਤੇਰੇ ਕਹਿੰਦੇ
ਅਸਚਰਜੀ ਕੌਤਕ ਨੇ, ਜਿਵੇਂ ਤੂੰ ਕਹਿੰਦੇ ਆਪ ਵਰਤਦਾ ਹੈ ਇਸ ਸੰਸਾਰ ਦੇ ਵਿੱਚ, ਕਿਵੇਂ ਵਰਤਾ ਰਿਹਾ ਤੇ ਕਿਵੇਂ ਕਹਿੰਦੇ ਆਪਣੇ ਆਪ ਨੂੰ ਪ੍ਰਗਟ ਗੁਪਤ ਰੱਖਦਾ, ਇਹ ਸਾਰੇ ਤੇਰੇ ਚੋਜ ਨੇ। ਕਹਿੰਦੇ ਤੂੰ ਸਾਰਿਆਂ ਦੇ ਵਿੱਚ ਹੀ ਕਹਿੰਦੇ ਸਾਰਿਆਂ ਦੇ ਵਿੱਚ ਹੀ ਵਿਆਪਕ ਨੇ। ਕਹਿੰਦੇ ਮੈਂ ਉਹਨਾਂ ਗੁਰਮੁਖਾਂ ਤੋਂ ਕਹਿੰਦੇ ਕੁਰਬਾਨ ਜਾਨਾ ਜਿਹੜੇ ਤੈਨੂੰ ਧਿਆਉਂਦੇ ਨੇ। ਕਹਿੰਦੇ ਉਹਨਾਂ ਗੁਰਮੁਖਾਂ ਤੋਂ ਮੈਂ ਸਦਕੇ ਆ ਜੋ ਤੈਨੂੰ ਧਿਆਉਂਦੇ ਨੇ, ਆਰਾਧਦੇ ਨੇ। ਸ਼ਲੋਕ ਮਹੱਲਾ ਤੀਜਾ। ਕਲੋ ਮਸਾਜਨੀ ਕਿਆ ਸਦਾਈਐ, ਹਿਰਦੇ ਹੀ ਲਿਖ ਲੇਹੋ। ਸਦਾ ਸਾਹਿਬ ਕੈ ਰੰਗ ਰਹੈ, ਕਭੂ ਨ ਟੂਟ ਸਨੇਹੋ। ਕਹਿੰਦੇ ਕਾਗਜ਼, ਸਿਹਾਈ, ਦਵਾਤ, ਕਹਿੰਦੇ ਉਹ ਕੀ ਮੰਗਾਈਏ। ਕਹਿੰਦੇ ਪਰਮਾਤਮਾ ਦਾ ਕਹਿੰਦੇ ਜਿਹੜਾ ਪਿਆਰ ਆ, ਪਰਮਾਤਮਾ ਦਾ ਨਾਂ, ਪਰਮਾਤਮਾ ਦੀ ਸਿਫਤ ਸਲਾਹ ਹੈ ਜੀਵ ਤੂੰ ਆਪਣੇ ਹਿਰਦੇ ਉੱਤੇ ਹੀ ਲਿਖ ਲੈ। ਕਹਿੰਦੇ ਜਦੋਂ ਤੂੰ ਉਹਦੀ ਸਿਫਤ ਸਲਾਹ, ਉਹਦਾ ਨਾਮ ਆਪਣੇ ਹਿਰਦੇ 'ਤੇ ਲਿਖ ਲੇਗਾ, ਸਦਾ ਸਾਹਿਬ ਕੇ ਰੰਗ ਰਹੇ। ਕਹਿੰਦੇ ਫਿਰ ਤੇਰਾ ਪਰਮਾਤਮਾ ਦਾ ਨਾਲੋਂ ਕਦੇ ਪਿਆਰ ਨਹੀਂ ਟੁੱਟੂਗਾ, ਤੂੰ ਸਦਾ ਹੀ ਉਹਦੇ ਰੰਗ ਵਿੱਚ, ਉਹਦੇ ਪ੍ਰੇਮ ਵਿੱਚ ਰੰਗਿਆ ਰਹੇਗਾ। ਕਲੋ ਮਸਾਜ ਨੀ ਜਾਏ ਸੀ, ਲਿਖਿਆ ਵੀ ਨਾਲੇ ਜਾਏ, ਨਾਨਕ ਸਹਿ ਪ੍ਰੀਤ ਨਾ ਜਾਏ ਸੀ, ਜੋ ਧੁਰ ਛੋਡੀ ਸੱਚੈ ਪਾਏ। ਕਹਿੰਦੇ ਵੀ ਜੇ ਅਸੀਂ ਉਹ ਕਲਮ, ਦਵਾਤ, ਕਹਿੰਦੇ ਕਾਗਜ਼ ਆ, ਇਹ ਸਭ ਕਹਿੰਦੇ ਨਾਸ਼ਵੰਤ ਚੀਜ਼ਾਂ ਨੇ ਕਿ ਜਿਹੜਾ ਤੇਰੇ ਹਿਰਦੇ 'ਤੇ ਲਿਖਿਆ ਉਹਦਾ ਨਾਂ ਉਹ ਤੇਰੇ ਨਾਲ ਹੀ ਰਹੂਗਾ ਹਮੇਸ਼ਾ। ਕਹਿੰਦੇ ਜਿਹੜੇ ਕਹਿੰਦੇ ਪਰਮਾਤਮਾ ਨੇ ਕਿਸੇ ਜੀਵ ਦੇ ਅੰਦਰ ਪਰਮਾਤਮਾ ਲਈ ਪ੍ਰੇਮ ਪਾਇਆ, ਕਹਿੰਦੇ ਉਹ ਕਦੇ ਟੁੱਟਦਾ ਨਹੀਂ ਹੈਗਾ। ਸੱਚੇ ਪਾਤਸ਼ਾਹ ਨੇ ਕਹਿੰਦੇ ਜੋ ਪਰਮਾਤਮਾ ਨੇ ਕਿਸੇ ਜੀਵ ਦੇ ਵਿੱਚ ਆਪਦੇ ਲਈ ਪ੍ਰੇਮ ਪਾਇਆ, ਕਹਿੰਦੇ ਉਹ ਪ੍ਰੇਮ ਕਦੇ ਟੁੱਟਦਾ ਨਹੀਂ, ਜੋ ਧੁਰ ਤੋਂ ਹੀ ਪਰਮਾਤਮਾ ਨੇ ਲਿਖ ਕੇ ਭੇਜ ਦਿੱਤਾ। ਇਸ ਤਰ੍ਹਾਂ ਦਾ ਕਹਿੰਦੇ ਪ੍ਰੇਮ ਚਾਹੀਦਾ ਉਸ ਪਰਮਾਤਮਾ ਨਾਲ ਜੋ ਕਹਿੰਦੇ ਹਮੇਸ਼ਾ ਹੀ ਬਣਿਆ ਰਹੇ, ਕਦੇ ਨਾ ਟੁੱਟਣ ਵਾਲਾ ਪ੍ਰੇਮ ਉਸ ਸੱਚੇ ਦੇ ਨਾਲ ਹੋ ਜਾਵੇ ਤਾਂ ਇਹ ਭਵਜਲ ਤਰਿਆ ਜਾਂਦਾ। ਕਹਿੰਦੇ ਹਾਂਜੀ ਸੰਗਤ ਜੀ, ਇੰਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਜੀ। ਗੁਰਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਹੋਈਆਂ ਗਲਤੀਆਂ, ਭੁੱਲਾਂ, ਚੁੱਕਾਂ ਦੀ ਮਾਫੀ ਦਿਓ ਜੀ। ਸੱਚੇ ਪਾਤਸ਼ਾਹ ਜੀ, ਸਤਿਗੁਰੂ ਜੀ, ਆਪ ਦੀ ਅਣਜਾਣ ਬੱਚੀ ਤੋਂ ਆਪ ਦੀ ਤੁਰਕੀ ਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਗਲਤੀਆਂ ਬਖਸ਼ ਦਿਓ ਜੀ। ਅੱਗੇ ਤੋਂ ਸਮੱਤ ਦਿਓ ਜੀ ਇਸ ਬੱਚੀ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਵਾਹਿਗੁਰੂ।